5 ਸਾਲ ਦੇ ਸਨ ਕਿ ਮਾਤਾ ਸੁਮਿਤਰਾ ਜੀ ਦਾ ਦੇਹਾਂਤ ਹੋ ਗਿਆ ਤੇ ਇਹਨਾਂ ਸ਼ਬਦਾਂ ਦੇ ਵਿੱਚ, ਅਲਫਾਜ਼ਾਂ ਦੇ ਵਿੱਚ ਉਹਨਾਂ ਨੇ ਮਮਤਾ ਦਾ ਨਿੱਘ ਵੇਖਣਾ शुरू किया। वो देखते नहीं किसकी रियाजत है कितनी, लोग आसान समझ लेते हैं आसानी को। कहने वाले तो कहते ने की है, एक गीत ही तो है, बस शब्दों का जोड़ तोड़, थोड़ी तुकबंदी, होर की है। पर जे वेखो तो यह एक अजिहा नायाब हुनर है जिस दी बख्शिश किसे किसे उत्ते हुंदी है। शब्दों की चोण करनी, उसनूं मीटर के हिसाब नाल सैट करना, फिल्म की सिचुएशन का ध्यान रखना ते फिर गीत नूं धुन दे विच ढालना बहुत महीम कारीगरी है। बड़ी सूझबूझ नाल, बड़ी रियाजत नाल कोई शख्स गीतां दा जादूगर बनदा है। ते अजिही शख्सियत जिन्हां दी जिंदगी गीत सन, संगीत सी। जिंदगी के हर पहलू ते उन्होंने गीत लिखे जो उसनूं सदा बहार बना गए। वर्सटाइल लिरिसिस्ट आनंद बख्शी जी। बख्शी साहब के वड वडेरियां का ताल्लुक तो कश्मीर नाल सी, पर अनवंडे पंजाब के रावलपिंडी विखे 21 जुलाई 1930 ਨੂੰ ਹੋਇਆ ਸੀ ਇਹਨਾਂ ਦਾ ਜਨਮ। 5 ਸਾਲ ਦੇ ਸਨ ਕਿ ਮਾਤਾ ਸੁਮਿਤਰਾ ਜੀ ਦਾ ਦੇਹਾਂਤ ਹੋ ਗਿਆ ਤੇ ਇਹਨਾਂ ਸ਼ਬਦਾਂ ਦੇ ਵਿੱਚ, ਅਲਫਾਜ਼ਾਂ ਦੇ ਵਿੱਚ ਉਹਨਾਂ ਨੇ ਮਮਤਾ ਦਾ ਨਿੱਘ ਵੇਖਣਾ ਸ਼ੁਰੂ ਕੀਤਾ ਤੇ ਛੋਟੀ ਉਮਰ ਤੋਂ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਲਿਖਣ ਤੋਂ ਇਲਾਵਾ ਉਹਨਾਂ ਨੂੰ ਰਾਮਲੀਲਾ ਵਿੱਚ ਹਿੱਸਾ ਲੈਣ ਦਾ, ਗਾਉਣ ਦਾ ਤੇ ਫਿਲਮਾਂ ਵੇਖਣ ਦਾ ਬਹੁਤ ਸ਼ੌਂਕ ਸੀ। ਫਿਲਮਾਂ ਵੇਖਣ ਦਾ ਚਸਕਾ ਤੇ ਇਸ ਕਦਰ ਸੀ ਕਿ ਸਕੂਲ ਦੀਆਂ ਕਿਤਾਬਾਂ ਵਿੱਚ ਵੀ ਫਿਲਮਾਂ ਵੇਖਿਆ ਕਰਦੇ ਸੀ। ਪਰ ਘਰਦਿਆਂ ਦੀ ਸਖਤੀ ਦੇ ਚੱਲਦਿਆਂ ਤੇ ਕਮਾਈ ਦੇ ਬੋਝ ਦੇ ਚੱਲਦਿਆਂ ਇਹਨਾਂ ਨੇ ਰਾਇਲ ਇੰਡੀਅਨ ਨੇਵੀ ਜੁਆਇਨ ਕੀਤੀ। ਪਰ ਨੇਵੀ ਦੇ ਵਿੱਚ ਵਿਰੋਧ ਹੋਇਆ, ਜਿਸ ਦੇ ਚੱਲਦਿਆਂ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਪਰ ਛੋਟੀ ਉਮਰ ਹੋਣ ਕਰਕੇ ਛੇਤੀ ਛੱਡ ਦਿੱਤਾ ਗਿਆ। ਨੇਵੀ ਤੋਂ ਨਿਕਲ ਬਤੌਰ ਸਿਗਨਲਮੈਨ ਬਖਸ਼ੀ ਸਾਹਿਬ ਨੇ ਫੌਜ ਜੁਆਇਨ ਕੀਤੀ, ਪਰ ਜਦੋਂ ਵੀ ਮੌਕਾ ਮਿਲਦਾ ਗੀਤ ਲਿਖਿਆ ਕਰਦੇ ਸੀ। ਕਦੇ ਕਿਸੇ ਪ੍ਰੋਗਰਾਮ ਵਿੱਚ ਪੇਸ਼ ਕਰਦੇ ਤੇ ਕਦੇ ਸਾਥੀ ਫੌਜੀਆਂ ਨੂੰ ਆਪਣੇ ਗੀਤ ਸੁਣਾਉਂਦੇ। ਪਰ ਇਸੇ ਦੌਰਾਨ ਦੇਸ਼ ਦੀ ਵੰਡ ਹੋਈ। ਇਹਨਾਂ ਦਾ ਪਰਿਵਾਰ ਵੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਦਿੱਲੀ ਆ ਪੁੱਜਿਆ। ਉਦੋਂ ਬਖਸ਼ੀ ਸਾਹਿਬ ਆਪਣੇ ਨਾਲ ਸਿਰਫ ਇੱਕ ਗਠਰੀ ਲੈ ਕੇ ਆਏ ਸੀ। ਘਰਦਿਆਂ ਨੇ ਪੁੱਛਿਆ, ਇਸ ਗਠਰੀ ਵਿੱਚ ਕੀ ਹੈ? ਤਾਂ ਬਖਸ਼ੀ ਸਾਹਿਬ ਨੇ ਜਵਾਬ ਦਿੱਤਾ ਕਿ ਇਸ ਵਿੱਚ ਮਾਂ ਦੀਆਂ ਕੁਝ ਤਸਵੀਰਾਂ ਨੇ ਤੇ ਉਸ ਨਾਲ ਜੁੜੀਆਂ ਕੁਝ ਚੀਜ਼ਾਂ, ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਬਹੁਤ ਕਮਾ ਲਾਂਗਾ, ਪਰ ਮਾਂ ਦੀਆਂ ਤਸਵੀਰਾਂ ਕਿੱਥੋਂ ਲੈ ਕੇ ਆਵਾਂਗਾ। ਖੈਰ, ਮਨ ਵਿੱਚ ਗੀਤਕਾਰ ਬਣਨ ਦੀ ਕਸਕ ਨੇ ਇੱਕ ਵਾਰ ਜ਼ੋਰ ਫੜਿਆ ਤੇ ਨੌਕਰੀ ਛੱਡ ਕੇ ਇਹ ਬੰਬਈ ਚਲੇ ਗਏ ਆਪਣੀ ਕਿਸਮਤ ਆਜ਼ਮਾਉਣ ਲਈ। 2-3 ਮਹੀਨੇ ਸਟਰਗਲ ਕੀਤੀ, ਪਰ ਕੁਝ ਨਹੀਂ ਬਣਿਆ। ਹਿੰਮਤ ਜਵਾਬ ਦੇ ਗਈ ਤੇ ਵਾਪਸ ਪਰਤ ਗਏ ਇਸ ਵਾਅਦੇ ਦੇ ਨਾਲ ਕਿ ਮੁੜ ਤੋਂ ਬੰਬਈ ਸ਼ਹਿਰ ਦਾ ਰੁੱਖ ਕਦੀ ਨਹੀਂ ਕਰਾਂਗਾ। ਮਨ ਨੂੰ ਟਿਕਾਣ ਲਈ ਵਿਆਹ ਕਰਾ ਲਿਆ, ਫਿਰ ਬੱਚੇ ਹੋਏ, ਫੌਜ ਮੁੜ ਤੋਂ ਜੁਆਇਨ ਕਰ ਲਈ। ਬਹੁਤ ਸਾਰੇ ਸਾਲ ਇਸੇ ਕਸ਼ਮਕਸ਼ ਵਿੱਚ ਬੀਤੇ, ਪਰ ਫਿਰ ਇਹਨਾਂ ਦੇ ਅੰਦਰ ਪਲਦੀ ਉਸ ਕਸਕ ਮੁੜ ਤੋਂ ਇਹਨਾਂ ਨੂੰ 1966 ਵਿੱਚ ਬੰਬਈ ਲੈ ਆਈ। ਸਟਰਗਲ ਫਿਰ ਤੋਂ ਸ਼ੁਰੂ ਹੋਇਆ। 4 ਮਹੀਨੇ ਬੀਤ ਗਏ, ਪਰ ਕੋਈ ਕੰਮ ਨਾ ਬਣਿਆ। ਹਾਰ ਕੇ ਇਹ ਫਿਰ ਤੋਂ ਵਾਪਸ ਜਾਣ ਲੱਗੇ। ਦਾਦਰ ਸਟੇਸ਼ਨ ਪੁੱਜੇ ਤਾਂ ਉੱਥੇ ਰੇਲਵੇ ਵਿੱਚ ਕੰਮ ਕਰਨ ਵਾਲੇ ਇੱਕ ਸ਼ਖਸ ਛੇਤਰਮਲ ਸਾਹਿਬ ਨਾਲ ਮੁਲਾਕਾਤ ਹੋਈ। ਆਪਣੀ ਸਾਰੀ ਦਾਸਤਾਂ ਉਸ ਅਣਜਾਣ ਸ਼ਖਸ ਨੂੰ ਸੁਣਾਈ, ਆਪਣੇ ਗੀਤ ਸੁਣਾਏ। ਪਤਾ ਨਹੀਂ ਉਸ ਭਲੇ ਇਨਸਾਨ ਦੇ ਮਨ ਵਿੱਚ ਕੀ ਆਇਆ। ਉਹ ਇਹਨਾਂ ਦਾ ਸਮਾਨ ਚੁੱਕ ਕੇ ਇਹਨਾਂ ਨੂੰ ਆਪਣੇ ਘਰ ਲੈ ਗਿਆ। 6 ਸਾਲ ਤੱਕ ਸਹਾਰਾ ਦਿੱਤਾ। ਰੋਜ਼ਾਨਾ ਖਾਣ ਪੀਣ ਲਈ ਸਟਰਗਲ ਦੌਰਾਨ ਇਹਨਾਂ ਨੂੰ 2-4 ਰੁਪਏ ਵੀ ਦਿਆ ਕਰਦੇ ਸੀ ਤੇ ਨਾਲ ਹੌਸਲਾ ਦਿੰਦੇ ਕਿ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ। ਹੁਣ ਇਸ ਨੂੰ ਨੀਅਤ ਹੀ ਕਹੋ ਜਾਂ ਉਸ ਦੋਸਤ ਦਾ ਭਰੋਸਾ। ਇੱਕ ਪ੍ਰੋਡਿਊਸਰ ਨਾਲ ਬਖਸ਼ੀ ਸਾਹਿਬ ਦੀ ਮੁਲਾਕਾਤ ਹੋਈ। ਪ੍ਰੋਡਿਊਸਰ ਨੇ ਆਪਣੇ ਘਰ ਠੀਕ ਸਵੇਰੇ 10 ਵਜੇ ਆਉਣ ਨੂੰ ਕਿਹਾ, ਪਰ ਮੀਂਹ ਬਹੁਤ ਤੇਜ਼ ਵਰ ਰਿਹਾ ਸੀ। ਬਖਸ਼ੀ ਸਾਹਿਬ ਨੇ ਵੀ ਹਿਸਾਬ ਲਗਾਇਆ ਕਿ ਜੇ ਛੇਤੀ ਉੱਠ ਜਾਣ ਤੇ ਉਹ ਪੈਦਲ ਤੁਰ ਕੇ ਬੋਰੀਵਲੀ ਤੋਂ ਬਾਂਦਰਾ ਪ੍ਰੋਡਿਊਸਰ ਦੇ ਘਰ ਪਹੁੰਚ ਸਕਦੇ ਨੇ ਠੀਕ 10 ਵਜੇ। ਤੇ ਇਦਾਂ ਹੀ ਉਹਨਾਂ ਨੇ ਕੀਤਾ। ਛੇਤੀ ਉੱਠ ਗਏ। ਮੀਂਹ ਬਹੁਤ ਤੇਜ਼ ਵਰ ਰਿਹਾ ਸੀ। ਵਰਦੇ ਮੀਂਹ ਦੇ ਵਿੱਚ ਤੁਰਦੇ ਤੁਰਦੇ ਉਹ ਬੋਰੀਵਲੀ ਤੋਂ ਬਾਂਦਰਾ ਉਸ ਪ੍ਰੋਡਿਊਸਰ ਦੇ ਘਰ ਠੀਕ 10 ਵਜੇ ਪਹੁੰਚੇ। ਘੰਟੀ ਵਜਾਈ। ਪ੍ਰੋਡਿਊਸਰ ਸਾਹਿਬ ਬਾਹਰ ਆਏ ਤੇ ਬੜੇ ਹੈਰਾਨ ਸਨ। ਉਹਨਾਂ ਨੇ ਕਿਹਾ ਕਿ ਇੰਨਾ ਕੀ ਜ਼ਰੂਰੀ ਸੀ ਕਿ ਇੰਨੇ ਵਰਦੇ ਮੀਂਹ ਦੇ ਵਿੱਚ ਤੁਸੀਂ ਠੀਕ 10 ਵਜੇ ਮੇਰੇ ਘਰ ਪਹੁੰਚ ਗਏ। ਤਾਂ ਬਖਸ਼ੀ ਸਾਹਿਬ ਨੇ ਕਿਹਾ, ਜਨਾਬ, ਤੁਹਾਡੇ ਲਈ ਜ਼ਰੂਰੀ ਨਹੀਂ ਸੀ, ਪਰ ਮੇਰੇ ਲਈ ਬਹੁਤ ਜ਼ਰੂਰੀ ਸੀ। ਮਿਹਨਤ ਰੰਗ ਲਿਆਈ। ਐਕਟਰ ਪ੍ਰੋਡਿਊਸਰ ਭਗਵਾਨ ਦਾਦਾ ਨਾਲ ਮੁਲਾਕਾਤ ਹੋਈ, ਜੋ ਆਪਣੀ ਫਿਲਮ ਭਲਾ ਆਦਮੀ ਲਈ ਗੀਤਕਾਰ ਦੀ ਤਲਾਸ਼ ਕਰ ਰਹੇ ਸਨ। ਬਖਸ਼ੀ ਸਾਹਿਬ ਮਿਲੇ ਤੇ ਕੁਝ ਹੀ ਮਿੰਟਾਂ ਦੇ ਵਿੱਚ 4 ਗੀਤ ਉਹਨਾਂ ਨੂੰ ਲਿਖ ਕੇ ਦੇ ਦਿੱਤੇ।
फिल्म तो मिल गई पर वो कामयाबी हले हासिल नहीं हुई। फिर सुनील दत्त साहब ਨਾਲ ਮੁਲਾਕਾਤ ਹੋਈ, ਜਿਨ੍ਹਾਂ ਨੇ ਰਾਜ ਕਪੂਰ ਸਾਹਿਬ ਨੂੰ ਮਿਲਣ ਲਈ ਬਖਸ਼ੀ ਸਾਹਿਬ ਨੂੰ ਕਿਹਾ। ਹੁਣ ਰਾਜ ਸਾਹਿਬ ਬਿਜ਼ੀ ਸਨ, ਪਰ ਉਹਨਾਂ ਦੇ ਇੱਕ ਸੈਕਟਰੀ ਹੋਇਆ ਕਰਦੇ ਸੀ ਹਿਰੇਨ ਖੇੜਾ, ਉਹ ਬਖਸ਼ੀ ਸਾਹਿਬ ਨੂੰ ਮਿਲੇ। ਗੀਤ ਉਹਨਾਂ ਨੂੰ ਬਹੁਤ ਪਸੰਦ ਆਏ, ਪਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਰਾਜ ਸਾਹਿਬ ਸ਼ਾਇਦ ਤੁਹਾਡੇ ਤੋਂ ਗੀਤ ਨਾ ਲਿਖਾਉਣ, ਪਰ ਜਦ ਮੈਂ ਪ੍ਰੋਡਿਊਸਰ ਬਣਾਂਗਾ ਤਾਂ ਤੁਹਾਡੇ ਤੋਂ ਗੀਤ ਜ਼ਰੂਰ ਲਿਖਾਵਾਂਗਾ। ਤੇ ਕੁਝ ਹੀ ਮਹੀਨਿਆਂ ਦੇ ਅੰਦਰ ਹਿਰੇਨ ਸਾਹਿਬ ਨੇ ਫਿਲਮ ਪ੍ਰੋਡਿਊਸ ਕੀਤੀ ਮਹਿੰਦੀ ਲਗੀ ਮੇਰੇ ਹਾਥ, ਜਿਸ ਲਈ ਬਤੌਰ ਗੀਤਕਾਰ ਸਾਈਨ ਕੀਤਾ ਆਨੰਦ ਬਖਸ਼ੀ ਸਾਹਿਬ ਨੂੰ। ਫਿਰ ਖੇੜਾ ਸਾਹਿਬ ਨੇ ਫਿਲਮ ਪ੍ਰੋਡਿਊਸ ਕੀਤੀ ਜਬ ਜਬ ਫੂਲ ਖਿਲੇ, ਜਿਸ ਦੇ ਗੀਤ ਬੇਸ਼ੁਮਾਰ ਮਕਬੂਲ ਹੋਏ ਤੇ ਬਖਸ਼ੀ ਸਾਹਿਬ ਦੇ ਸੁਨਹਿਰੇ ਦੌਰ ਦੀ ਸ਼ੁਰੂਆਤ ਹੋਈ। ਇਸੇ ਫਿਲਮ ਵਿੱਚ ਬਖਸ਼ੀ ਸਾਹਿਬ ਨੇ ਇੱਕ ਬੜਾ ਅਹਿਮ ਗੀਤ ਲਿਖਿਆ ਸੀ, ਜਿਸ ਦੇ ਜ਼ਰੀਏ ਉਹਨਾਂ ਨੇ ਆਪਣੇ ਮੌਜੂਦਾ ਹਾਲਾਤ ਬਿਆਨ ਕੀਤੇ ਸੀ। ਉਹ ਗੀਤ ਸੀ कि यहाँ मैं अजनबी हूँ, मैं जो हूँ बस यही हूँ, यहाँ मैं अजनबी हूँ। जिस तो बाद आई फिल्म मिलन ने इन्हां नूं होर हुंगारा दिता। इन्हां दे गीतां दी सरलता उस दी खूबसूरती सी, आसान शब्दां विच बहुत गहरी गल कह लिया करदे सी। इसे ਲਈ उस दौर दे दिग्गज साहिर लुधियानवी साहब होण, शैलेंद्र, मजरूज सुल्तानपुरी, राजेंद्र कृष्ण, शकील बदायूनी, इन्हां दी मौजूदगी के बावजूद बख्शी साहब ने ना सिर्फ अपना एक वखरा मुकाम बनाया, पर उसनूं सालों साल बरकरार भी रखा। क्योंकि वो कहते हैं ना कि मुकाम ते पुजना कोई वड्डी गल नहीं हुंदी, पर मुकाम ते टिके रहना वड्डी गल हुंदी है। इत्थे बख्शी साहब दा फिल्म आपकी कसम दा लिखिया एक गीत याद आ रहा, जिंदगी के सफ़र में गुजर जाते हैं जो मकाम वो फिर नहीं आते। इस विच एक बड़ा खूबसूरत स्टैंजा होता है कि सुबह आती है रात जाती है यूं ही, सुबह आती है रात जाती है यूं ही, वक्त चलता ही रहता है रुकता नहीं, एक पल में ये आगे निकल जाता है, आदमी ठीक से देख पाता नहीं और पर्दे पे मंजर बदल जाता है, एक बार चले जाते हैं जो दिन रात सुबह शाम, वो फिर नहीं आते, वो फिर नहीं आते। 630 ਫਿਲਮਾਂ 'ਚ 3500 ਤੋਂ ਵੀ ਵੱਧ ਗੀਤ ਲਿਖਣ ਵਾਲੇ ਬਖਸ਼ੀ ਸਾਹਿਬ ਦਾ ਇਹ ਸਿਲਸਿਲਾ ਚੱਲਦਾ ਰਿਹਾ। ਗਾਉਣ ਦਾ ਸ਼ੌਂਕ ਵੀ ਉਹਨਾਂ ਨੂੰ ਸੀ, ਇਸੇ ਲਈ ਕੁਝ ਫਿਲਮਾਂ ਵਿੱਚ ਉਹਨਾਂ ਨੇ ਗਾਇਆ ਵੀ, ਜਿਸ ਦੀ ਸ਼ੁਰੂਆਤ ਫਿਲਮ ਮੋਮ ਕੀ ਗੁੜੀਆ ਤੋਂ ਹੋਈ ਤੇ ਬਾਅਦ ਵਿੱਚ ਫਿਲਮ ਸ਼ੋਲੇ, ਮਹਾਚੋਰ, ਚਰਸ, ਬਾਲਿਕਾ ਵਧੂ ਵਿੱਚ ਇਹਨਾਂ ਦੀ ਆਵਾਜ਼ ਸੁਣਨ ਨੂੰ ਮਿਲੀ। ਰਾਜੇਸ਼ ਖੰਨਾ ਸਾਹਿਬ ਦੇ ਇਹ ਫੇਵਰੇਟ ਲਿਰਿਸਿਸਟ ਸਨ। ਕੁਝ ਕ੍ਰਿਟਿਸਿਜ਼ਮ ਦਾ ਵੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ। ਬਹੁਤ ਵਾਰ ਇਹ ਕਿਹਾ ਗਿਆ ਕਿ ਇਹਨਾਂ ਦੇ ਗੀਤਾਂ ਦੇ ਵਿੱਚ ਬਸ ਤੁਕਬੰਦੀ ਹੁੰਦੀ ਹੈ। ਤੇ ਉਸੇ ਦੌਰਾਨ ਆਈ ਫਿਲਮ ਅਮਰ ਪ੍ਰੇਮ, ਜਿਸ ਦਾ ਗੀਤ ਚਿੰਗਾਰੀ ਕੋਈ ਭੜ ਕੇ ਬਖਸ਼ੀ ਸਾਹਿਬ ਨੇ ਇੱਕ ਪ੍ਰਾਈਵੇਟ ਮਹਿਫਲ ਵਿੱਚ ਗਾਉਣ ਲਈ ਲਿਖਿਆ ਸੀ। ਪਰ ਜਦ ਰਾਜੇਸ਼ ਖੰਨਾ ਸਾਹਿਬ ਤੇ ਆਰ.ਡੀ. ਬਰਮਨ ਸਾਹਿਬ ਨੇ ਇਹ ਗੀਤ ਸੁਣਿਆ ਤਾਂ ਇਸ ਨੂੰ ਫਿਲਮ ਅਮਰ ਪ੍ਰੇਮ ਵਿੱਚ ਇਨਕਲੂਡ ਕਰ ਲਿਆ ਤੇ ਗੀਤ ਬਹੁਤ ਮਕਬੂਲ ਹੋਇਆ। ਤੇ ਕਿਆ ਖੂਬਸੂਰਤ ਅਲਫਾਜ਼ ਸਨ कि हमसे मत पूछो कैसे मंदिर टूटा सपनों का, लोगों का दोष नहीं है ये किस्सा है अपनों का। ਅਕਸਰ ਅਜਿਹਾ ਹੁੰਦਾ ਹੈ ਕਿ ਜਦ ਬਖਸ਼ੀ ਸਾਹਿਬ ਗੀਤ ਲਿਖਦੇ ਤਾਂ ਉਸ ਦੀ ਧੁਨ ਵੀ ਕੰਪੋਜ਼ ਕਰ ਲੈਂਦੇ ਤੇ ਮਿਊਜ਼ਿਕ ਡਾਇਰੈਕਟਰ ਐਜ਼ ਇਟ ਇਜ਼ ਉਸ ਨੂੰ ਅਪਣਾ ਲਿਆ ਕਰਦੇ ਸੀ। ਲੋਕ ਸੰਗੀਤ ਦਾ ਵੀ ਇਹਨਾਂ ਨੂੰ ਬਹੁਤ ਸ਼ੌਂਕ ਸੀ ਤੇ ਇਹਨਾਂ ਦੇ ਗੀਤਾਂ ਵਿੱਚ ਲੋਕ ਸੰਗੀਤ ਦੀ ਝਲਕ ਵੀ ਨਜ਼ਰ ਆਉਂਦੀ ਸੀ। ਖਾਸ ਤੌਰ ਤੇ ਫਿਲਮ ਦੋ ਰਸਤੇ ਦਾ ਗੀਤ ਬਿੰਦੀਆਂ ਚਮਕੇਗੀ, ਜਿਸ ਨੂੰ ਸੁਣਨ ਤੋਂ ਬਾਅਦ ਲੋਕਾਂ ਨੇ ਕਿਹਾ ਸੀ ਕਿ ਪੱਕੇ ਤੌਰ ਤੇ ਇਹ ਪਹਿਲਾਂ ਕੋਈ ਲੋਕ ਗੀਤ ਰਿਹਾ ਹੋਵੇਗਾ। ਵੈਸੇ ਤਾਂ ਬਖਸ਼ੀ ਸਾਹਿਬ ਬਹੁਤ ਹੀ ਸਹਿਜ, ਬਹੁਤ ਡਾਊਨ ਟੂ ਅਰਥ ਸਨ, ਪਰ ਜੇ ਕੋਈ ਉਹਨਾਂ ਨੂੰ ਆਕੜ ਵਿਖਾਵੇ ਤਾਂ ਆਕੜ ਨੂੰ ਪੰਨਾ ਉਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਸੀ। ਇੱਕ ਪਾਰਟੀ ਚੱਲ ਰਹੀ ਸੀ ਕਿ ਇੱਕ ਸ਼ਖਸ ਉਹਨਾਂ ਕੋਲ ਆਇਆ ਤੇ ਇੱਕ ਗੀਤ ਦੀ ਡਿਮਾਂਡ ਕਰਨ ਲੱਗਾ, ਕਿਹਾ ਕਿ ਇਹ ਗੀਤ ਸੁਣਾਓ। ਪਰ ਬਖਸ਼ੀ ਸਾਹਿਬ ਨੇ ਰਿਕੁਐਸਟ ਕੀਤੀ ਕਿ ਮੇਰਾ ਗਲਾ ਥੋੜਾ ਖਰਾਬ ਹੈ। ਪਰ ਉਹ ਸ਼ਖਸ ਆਕੜ ਦੇ ਵਿੱਚ ਕਹਿਣ ਲੱਗਾ, ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ? ਤਾਂ ਬਖਸ਼ੀ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਤਾਂ ਨਹੀਂ ਜਾਣਦਾ ਤੁਸੀਂ ਕੌਣ ਹੋ। ਤਾਂ ਉਸਨੇ ਕਿਹਾ ਕਿ ਆਈ ਐਮ ਕਮਿਸ਼ਨਰ ਇਨਕਮ ਟੈਕਸ। ਹੁਣ ਬਖਸ਼ੀ ਸਾਹਿਬ ਨੇ ਮੁਸਕਰਾਏ ਤੇ ਉਸ ਨੂੰ ਪੁੱਛਿਆ ਕਿ ਤੁਹਾਡੇ ਵਰਗੇ ਦੇਸ਼ ਵਿੱਚ ਕਿੰਨੇ ਹੋਣਗੇ? ਕਮਿਸ਼ਨਰ ਸਾਹਿਬ ਹੈਰਾਨ ਹੋ ਗਏ, ਕੋਈ ਜਵਾਬ ਉਹਨਾਂ ਕੋਲ ਨਹੀਂ ਸੀ। ਤਾਂ ਬਖਸ਼ੀ ਸਾਹਿਬ ਨੇ ਕਿਹਾ ਕਿ ਤੁਹਾਡੇ ਵਰਗੇ ਇਸ ਦੇਸ਼ ਵਿੱਚ ਬਹੁਤ ਹੋਣਗੇ, ਪਰ ਮੇਰੇ ਵਰਗਾ ਸਿਰਫ ਇੱਕ ਹੈ, आनंद बख्शी। वाकई मुख्तसर सा गुरूर भी जरूरी है, वरना लोग पीठ को पायदान समझ लिया करते हैं। हार्ट एंड लंग डिजीज ਦੇ ਚਲਦਿਆਂ
ਇੱਕ ਮਾਈਨਰ ਹਾਰਟ ਸਰਜਰੀ ਦੌਰਾਨ ਬਖਸ਼ੀ ਸਾਹਿਬ ਨੂੰ ਬੈਕਟੀਰੀਅਲ ਇਨਫੈਕਸ਼ਨ ਹੋ ਗਈ ਤੇ 30 ਮਾਰਚ 2002 ਨੂੰ ਇਹ ਮਹਾਨ ਗੀਤਕਾਰ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਪਰ ਇਹਨਾਂ ਦੇ ਲਿਖੇ ਗੀਤ ਇਹਨਾਂ ਦੀ ਜ਼ਿੰਦਗੀ ਦਾ ਸਾਰ ਸਨ ਤੇ ਇਹਨਾਂ ਨੇ ਹੀ ਲਿਖਿਆ ਸੀ कि मेरे घर में तुमको कुछ सामान मिलेगा, दीवाने शायर का एक दीवान मिलेगा और एक चीज मिलेगी टूटा खाली जाम। मैं चला, मैं शायर बदनाम, मैं चला।